ਵਾਢੀ भी चल रही है, जिस नूं लैके हुण खरीदण दा जिहड़ी खरीद की तरीक सीगी ओह जिहड़ी सरकार ने अगे वधा दित्ती है, जिस नूं लैके श्रोमणी अकाली दल ਵੱਲੋਂ भी इसका विरोध किया गया। ਇਹਦੇ ਬਾਰੇ ਕੀ ਕਹਿਣਾ जी? ਹੁਣ 10 ਦਿਨਾਂ ਦੇ ਵਿੱਚ ਜਿਨ੍ਹਾਂ ਨੇ ਫਸਲ ਲਿਆ ਕੇ ਮੰਡੀਆਂ 'ਚ ਸੁੱਟਤੀ ਉਹ 10 ਦਿਨ ਉੱਥੇ ਬੈਠੇ ਰਹਿਣ, ਜਾਂ ਤਾਂ 4 ਦਿਨ ਪਹਿਲਾਂ ਕਰਦੇ ਕਿ ਅਸੀਂ 11 ਤਰੀਕ ਤੋਂ ਸ਼ੁਰੂ ਕਰਾਂਗੇ। ਉਹਦੇ 'ਚ ਖਰੀਦ ਏਜੰਸੀਆਂ ਵੀ, ਕਿਸਾਨ ਵੀ। ਹੁਣ ਜਿਹੜੀ ਫਸਲ ਇਸ ਵੇਲੇ ਪਈ ਹੈ ਉਹਦੀ ਬੋਲੀ ਨਹੀਂ ਲੱਗਣੀ, ਉਹਦੀ ਚੁਕਾਈ ਨਹੀਂ ਹੋਣੀ, ਨਵੀਂ ਫਸਲ ਆਵੇਗੀ, ਨਵੀਂ ਫਸਲ ਜਾਵੇਗੀ ਕਿੱਥੇ? ਕਿਸਾਨਾਂ ਕੋਲੇ ਇੰਨਾ ਬੰਦੋਬਸਤ ਕਿੱਥੇ ਆ ਕਿ ਉਹ ਲਗਾਤਾਰ ਜਿਹੜਾ ਹੈਗਾ ਇਹਨੂੰ ਸਾਂਭ ਸਕਣ। ਬਰਸਾਤ ਵੀ ਪੈ ਰਹੀ ਹੈ, ਉਹਦੇ ਨਾਲ ਨਮੀ ਦਾ ਫਰਕ ਵੀ ਪੈਂਦਾ ਹੈਗਾ। ਕਈ ਥਾਵਾਂ ਤੇ ਜੋ ਸਰਕਾਰ ਨੇ ਨਿਰਧਾਰਿਤ ਕੀਤਾ ਸੀ 16% ਨਮੀ, ਉਹ ਕਹਿੰਦੇ 16% ਵੀ ਹੈਗੀ ਹੈ। ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਉਹ ਜਲਦੀ ਮਨਾਇਆ ਜਾਵੇਗਾ। ਦੇਖੋ ਗੱਲ ਇਹ ਹੈਗਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਮਸਲੇ ਚੱਕੇ ਨੇ ਉਹ ਇਕੱਲੇ ਨਵਜੋਤ ਸਿੰਘ ਸਿੱਧੂ ਨਹੀਂ ਚੱਕਦੇ, ਹੋਰ ਵੀ ਚੱਕਦੇ ਬੰਦੇ। ਉਹਨਾਂ ਦਾ ਮਸਲਾ ਇਹ ਹੈ ਪਹਿਲਾ ਕਿ ਜਿਹੜਾ ਐਡਵੋਕੇਟ ਜਨਰਲ ਲਾਇਆ ਗਿਆ APS ਦਿਓਲ, ਇਹ ਬਰਗਾੜੀ ਕਾਂਡ ਦੇ ਵਿੱਚ ਜਿਹੜੀ ਗੋਲੀ ਕਾਂਡ ਹੈ ਉਹਦੇ ਵਿੱਚ ਸਵੇਦ ਸਿੰਘ ਸੈਣੀ ਨੂੰ ਇਹਨਾਂ ਨੇ ਅਗਾਊਂ ਜ਼ਮਾਨਤਾਂ ਲੈ ਕੇ ਦਿੱਤੀਆਂ। ਉਹਨਾਂ ਦਾ ਵਕੀਲ ਰਿਹਾ ਹੈਗਾ। ਮੇਰਾ ਖਿਆਲ ਇਹਦੀ ਨਿਯੁਕਤੀ ਤੋਂ ਪਹਿਲਾਂ ਸਰਕਾਰ ਨੂੰ ਸੋਚਣਾ ਚਾਹੀਦਾ ਸੀ। ਦੂਜਾ, ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਜਿਹੜਾ DGP ਲਾਇਆ ਇਕਬਾਲਪ੍ਰੀਤ ਸਿੰਘ ਸੋਤਾ, ਉਹ ਜਿਹੜੀ ਸਿੱਟ ਸੀ ਅਕਾਲੀ ਦਲ ਵੱਲੋਂ ਬਣਾਈ ਗਈ ਕਥਿਤ ਸਿੱਟ, ਉਹਦੇ ਵਿੱਚ ਮੁਖੀ ਸੀਗੇ। ਜਦੋਂ ਸੁਖਬੀਰ ਸਿੰਘ ਬਾਦਲ ਨੇ 2 ਰੁਪਿੰਦਰ ਤੇ ਜਸਵਿੰਦਰ ਪੰਜਗਰਾਈ ਵਾਲੇ ਉਹਨਾਂ ਦੇ ਕੇਸ ਦੇ ਵਿੱਚ ਕਿਹਾ ਕਿ ਦੇਖੋ ਜੀ ਕੇਸ ਸੋਲਵ ਹੋ ਗਿਆ, ਮੇਰੇ ਮਨ ਨੂੰ ਬੜੀ ਸ਼ਾਂਤੀ ਪੁੱਜੀ ਹੈ, ਹੁਣ ਸੋਤਾ ਸਾਹਿਬ ਗੱਲ ਕਰਨਗੇ, ਮੈਂ ਮੱਥਾ ਟੇਕਣ ਚੱਲਿਆ। ਕਿਹਾ ਜਾ ਰਿਹਾ ਕਿ ਐਡਵੋਕੇਟ ਜਨਰਲ ਅਤੇ DGP ਨੂੰ ਜਿਹੜਾ ਬਦਲਾਇਆ ਜਾ ਸਕਦਾ, ਇਹਦੇ ਉੱਤੇ ਵੀ ਕਹਿੰਦੇ ਸਹਿਮਤੀ ਬਣਦੀ ਜਾ ਰਹੀ ਹੈ ਜੀ। ਉਹਨਾਂ ਨੇ ਵਾਧੂ ਚਾਰਜ ਦਿੱਤਾ ਹੈ ਇਕਬਾਲਪ੍ਰੀਤ ਸੋਤਾ ਨੂੰ ਜੀ। 1 ਮਹੀਨਾ ਛੁੱਟੀ ਤੇ ਗਏ ਨੇ ਦਿਨਕਰ ਗੁਪਤਾ ਹੋਰੀ ਜੀ। ਉਹਨੂੰ ਜਦੋਂ ਮਰਜ਼ੀ ਬਦਲ ਕੇ ਕਿਸੇ ਹੋਰ ਨੂੰ ਦਿੱਤਾ ਜਾ ਸਕਦਾ। ਇਹ ਕੋਈ ਔਖਾ ਕੰਮ ਨਹੀਂ ਹੈਗਾ ਜੀ। ਔਖਾ ਕੰਮ ਹੈ ਐਡਵੋਕੇਟ ਜਨਰਲ ਸਾਹਿਬ ਵਾਲਾ। ਉਹ ਵੀ ਵੈਸੇ ਸਰਕਾਰ ਜੇ ਬੁਲਾ ਕੇ ਕਹਿ ਦੇਵੇ ਵੀ ਸਰਦਾਰ ਸਾਹਿਬ ਅਸਤੀਫਾ ਦੇ ਦਿਓ ਤੇ ਬੰਦੇ ਨੂੰ ਦੇਣਾ ਪੈਂਦਾ ਹੁੰਦਾ। ਸਰਕਾਰ ਦੀ ਸਹਿਮਤੀ ਤੋਂ ਬਿਨਾਂ ਚੱਲੇ ਨਹੀਂ ਜਾ ਸਕਦੇ। ਜੇ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜਿਹੜਾ ਕੜਮਾਸੇ ਪਾਇਆ ਹੈ ਚੰਗਾ ਇਹ ਨਹੀਂ ਸੀਗਾ ਕਿ ਪਹਿਲਾਂ ਬੈਠ ਕੇ ਵਿਚਾਰ ਕੇ ਕਰ ਲੈਂਦੇ। ਜੇ ਪਾਰਟੀ ਪ੍ਰਧਾਨ ਨਹੀਂ ਚਾਹੁੰਦਾ ਸੀ, ਇੱਕ ਵਾਰੀ ਤਾਂ ਇਕੱਠੇ ਰਲ ਕੇ ਚੱਲਣ ਦਾ ਬੜਾ ਕੁਝ ਕੀਤਾ ਸੀ। ਲੋਕਾਂ ਦੇ ਵਿੱਚ ਇਹ ਵੀ ਗਿਆ ਸੀ ਕਿ ਬਹੁਤ ਸਾਰੇ ਸਿਆਸੀ ਆਗੂ ਨੇ ਦੋਸ਼ ਲਾਇਆ ਸੀ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਨੂੰ ਐਂ ਚਲਾ ਰਹੇ ਨੇ ਵੀ ਜਿਵੇਂ ਉਹ ਅਣਜਾਣ ਹੈ, ਬੱਚਾ ਹੈ, ਉਹਦੀ ਉਂਗਲ ਫੜ ਕੇ ਅੱਗੇ ਨੂੰ ਤੋਰ ਰਹੇ ਨੇ। ਉਹ 3-4 ਦਿਨ ਦੇ ਵਿੱਚ ਵਾਪਰਿਆ ਕੀ ਹੈ? ਜਥੇਬੰਦੀਆਂ ਨੇ ਜਿਹੜਾ ਉਹ ਵਿਰੋਧ ਜਤਾਇਆ। ਉਹ ਕਹਿੰਦੇ ਨੇ ਕਿ ਜਦੋਂ ਮੁੱਖ ਮੰਤਰੀ ਸੀਗੇ ਜਦ ਤਾਂ ਕੁਝ ਕਿਹਾ ਨਹੀਂ, ਤੇ ਹੁਣ ਮੁੱਖ ਮੰਤਰੀ ਅਹੁਦੇ ਤੋਂ ਉਤਰਨ ਤੋਂ ਬਾਅਦ ਇਹ ਖੇਤੀ ਕਾਨੂੰਨ ਰੱਦ ਕਰਾਉਣ ਨੂੰ ਤੁਰ ਪਈ। ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਦੀਵਾਲੀ ਪਿੱਛੋਂ ਤੰਬਾ ਫੂਕਣੇ, ਵੇਲੇ ਦੇ ਰਾਗ ਕਬੀਲੇ ਦੀਆਂ ਟੱਕਰਾਂ। ਸਹੀ ਕਿਹਾ ਉਹਨਾਂ ਨੇ ਕਿ ਤੁਸੀਂ ਮੁੱਖ ਮੰਤਰੀ ਸੀ, ਮੁੱਖ ਮੰਤਰੀ ਹੁੰਦਿਆਂ ਇਹਨੂੰ ਹੱਲ ਕਰਾਉਂਦੇ। ਸਰਬ ਪਾਰਟੀ ਮੀਟਿੰਗਾਂ ਤੁਸੀਂ ਬੁਲਾਈਆਂ ਪਰ ਉਹ ਬੇਸਿੱਟਾ ਰਹੀਆਂ। ਹੁਣ ਵੀ ਜੇ ਤੁਸੀਂ ਸਰਬ ਪਾਰਟੀ ਮੀਟਿੰਗ ਬੁਲਾ ਸਕਦੇ ਸੀ ਸਾਰਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ, ਪਹਿਲਾਂ ਤੁਹਾਡੀ ਕਿਹਨੇ ਬਾਹ ਫੜੀ ਸੀਗੀ ਵੀ ਅਮਿਤ ਸ਼ਾਹ ਨੂੰ ਨਹੀਂ ਮਿਲ ਸਕਦੇ ਜਾਂ ਪ੍ਰਧਾਨ ਮੰਤਰੀ ਨੂੰ ਨਹੀਂ ਮਿਲ ਸਕਦੇ, ਉਦੋਂ ਤੁਸੀਂ ਬੋਲੇ ਨਾ। ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ ਟਰਾਂਸਪੋਰਟ ਮੰਤਰੀ ਨੇ, ਤਾਂ ਉਹਨਾਂ ਨੇ ਬਠਿੰਡਾ ਦੇ ਬੱਸ ਸਟੈਂਡ ਵਿੱਚੋਂ ਜਿਹੜੇ ਸਿਆਸੀ ਘਰਾਣਿਆਂ ਦੇ ਉੱਤੇ ਡੱਬੇ ਬਣਾਏ ਹੋਏ ਸੀਗੇ, ਜਿਹੜੇ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਅੱਡੇ ਬਣਾਏ ਹੋਏ ਸੀਗੇ ਪ੍ਰਾਈਵੇਟ ਬੱਸਾਂ ਦੇ, ਉਹਨਾਂ ਨੂੰ ਜਿਹੜਾ ਤੋੜ ਦਿੱਤਾ ਜੀ। ਪਰਸੋਂ ਹੀ ਕਹਿ ਦਿੱਤਾ ਸੀ ਕਿ ਜਿਹੜਾ ਟਰਾਂਸਪੋਰਟ ਮਾਫੀਆ ਹੈ ਇਹਨੂੰ ਮੈਂ ਹੱਥ ਪਾਵਾਂਗਾ। ਬੱਸ ਸਟੈਂਡਾਂ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹ ਖਲਾਏ ਜਾਣਗੇ, ਉਹਨਾਂ ਦੀ ਸਫਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਨੇ ਫਿਰ ਬਠਿੰਡੇ 'ਚੋਂ ਕਾਰਵਾਈ ਕਰਤੀ ਤੇ ਇੱਕ ਵੱਡੇ ਘਰਾਣੇ ਦੀਆਂ ਬੱਸਾਂ ਦਾ ਇੱਕ ਬੂਥ ਬਣਿਆ ਹੋਇਆ ਸੀ ਨਜਾਇਜ਼, ਉਹ ਚੱਕਤਾ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਦੀ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਓ ਉਹਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੰਗੂ ਜੀ। ਜੇਕਰ ਗੱਲ ਕੀਤੀ ਜਾਵੇ ਝੋਨੇ ਦੀ ਫਸਲ ਦੀ, ਤਾਂ ਝੋਨੇ ਦੀ ਫਸਲ ਲਗਭਗ ਪੂਰੇ ਪੰਜਾਬ ਦੇ ਵਿੱਚ ਜਿਹੜੀ ਕਿਸਾਨਾਂ ਦੀ ਆ ਚੁੱਕੀ ਹੈ
ਤੇ ਲਗਾਤਾਰ ਕਈ ਥਾਵਾਂ ਤੇ ਜਿਹੜੀ ਉਹ ਵਾਢੀ ਵੀ ਚੱਲ ਰਹੀ ਹੈ, ਜਿਸ ਨੂੰ ਲੈ ਕੇ ਹੁਣ ਖਰੀਦਣ ਦਾ ਜਿਹੜੀ ਖਰੀਦ ਦੀ ਤਰੀਕ ਸੀਗੀ ਉਹ ਜਿਹੜੀ ਸਰਕਾਰ ਨੇ ਅੱਗੇ ਵਧਾ ਦਿੱਤੀ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ। ਇਹਦੇ ਬਾਰੇ ਕੀ ਕਹਿਣਾ ਜੀ? ਦੇਖੋ, ਪਿਛਲੇ ਲੰਬੇ ਸਮੇਂ ਤੋਂ ਝੋਨੇ ਦੀ ਜਿਹੜੀ ਫਸਲ ਦੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਂਦੀ ਹੈ ਜੀ। ਹਮੇਸ਼ਾ 1 ਅਕਤੂਬਰ ਤੋਂ ਹੀ ਹੁੰਦੀ ਹੈ। ਝੋਨਾ ਇਕੱਲਾ ਪੰਜਾਬ ਦੇ ਵਿੱਚ ਨਹੀਂ, ਹਰਿਆਣੇ 'ਚ ਵੀ ਸਾਡੇ ਨਾਲ ਹੀ ਆਉਂਦਾ ਹੈ। ਉੱਥੇ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਕਿਉਂਕਿ ਕੇਂਦਰ 'ਚ ਵੀ ਉਹਨਾਂ ਦੀ ਹੈ। ਇਹ ਕਹਿਣਾ ਕਈ ਸਿਆਸੀ ਧਿਰਾਂ ਕਿ ਪੰਜਾਬ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ, ਰਾਤ ਦੇ ਸਮੇਂ ਇਹ ਨਾਦਰਸ਼ਾਹੀ ਫਰਮਾਨ ਕੇਂਦਰ ਸਰਕਾਰ ਵੱਲੋਂ ਆਇਆ ਕਿ 10 ਦਿਨ ਅੱਗੇ ਵਧਾਈ ਜਾਵੇ, ਕਿਉਂਕਿ ਬਰਸਾਤਾਂ ਬਹੁਤ ਹੋ ਗਈਆਂ ਨੇ। ਹੁਣ 10 ਦਿਨਾਂ ਦੇ ਵਿੱਚ ਜਿਨ੍ਹਾਂ ਨੇ ਫਸਲ ਲਿਆ ਕੇ ਮੰਡੀਆਂ 'ਚ ਸੁੱਟਤੀ, ਉਹ 10 ਦਿਨ ਉੱਥੇ ਬੈਠੇ ਰਹਿਣ। ਜਾਂ ਤਾਂ 4 ਦਿਨ ਪਹਿਲਾਂ ਕਰਦੇ ਕਿ ਅਸੀਂ 11 ਤਰੀਕ ਤੋਂ ਸ਼ੁਰੂ ਕਰਾਂਗੇ, ਉਹਦੇ 'ਚ ਖਰੀਦ ਏਜੰਸੀਆਂ ਵੀ, ਕਿਸਾਨ ਵੀ। ਹੁਣ ਜਿਹੜੀ ਫਸਲ ਇਸ ਵੇਲੇ ਪਈ ਹੈ ਉਹਦੀ ਬੋਲੀ ਨਹੀਂ ਲੱਗਣੀ, ਉਹਦੀ ਚੁਕਾਈ ਨਹੀਂ ਹੋਣੀ, ਨਵੀਂ ਫਸਲ ਆਵੇਗੀ, ਨਵੀਂ ਫਸਲ ਜਾਵੇਗੀ ਕਿੱਥੇ? ਕਿਸਾਨਾਂ ਕੋਲੇ ਇੰਨਾ ਬੰਦੋਬਸਤ ਕਿੱਥੇ ਆ ਕਿ ਉਹ ਲਗਾਤਾਰ ਜਿਹੜਾ ਹੈਗਾ ਇਹਨੂੰ ਸਾਂਭ ਸਕਣ। ਬਰਸਾਤ ਵੀ ਪੈ ਰਹੀ ਹੈ, ਉਹਦੇ ਨਾਲ ਨਮੀ ਦਾ ਫਰਕ ਵੀ ਪੈਂਦਾ ਹੈਗਾ। ਕਈ ਥਾਵਾਂ ਤੇ ਜੋ ਸਰਕਾਰ ਨੇ ਨਿਰਧਾਰਿਤ ਕੀਤਾ ਸੀ 16% ਨਮੀ, ਉਹ ਕਹਿੰਦੇ 16% ਵੀ ਹੈਗੀ ਹੈ। ਇੱਕੇਦਮ ਕਹਿ ਦੇਣਾ, ਕਿਸਾਨ ਦੇ ਕਈ ਆਗੂਆਂ ਨੇ ਅੱਜ ਕਿਹਾ ਕਿ ਅਸਲ ਦੇ ਵਿੱਚ ਇਹ ਜਿਹੜੀਆਂ ਕੇਂਦਰ ਸਰਕਾਰ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਰਾਜ ਸਰਕਾਰ ਤੋਂ ਇਹਦਾ ਬਦਲਾ ਲੈਣਾ ਚਾਹੁੰਦੀਆਂ ਨੇ, ਖਾਸ ਕਰ ਪੰਜਾਬ ਤੇ ਹਰਿਆਣਾ ਤੋਂ। ਜੇ ਇਹ ਫੈਸਲਾ ਕਰਨਾ ਸੀ ਤਾਂ 4 ਦਿਨ ਪਹਿਲਾਂ ਕੀਤਾ ਜਾਂਦਾ, ਤਾਂ ਕਿ ਕਈ ਕਿਸਾਨ ਜਿਨ੍ਹਾਂ ਨੇ ਫਸਲ ਵਢਾ ਲਈ ਹੈ ਉਹ ਨਾ ਵਢਾਉਂਦੇ। ਹੁਣ ਸਮੱਸਿਆ ਕੀ ਹੈ, ਜਿਨ੍ਹਾਂ ਨੇ ਤਾਂ ਬੀਜਣੀਆਂ ਕਣਕ, ਉਹ ਕਣਕ ਤਾਂ ਮਹੀਨਾ ਬਾਅਦ ਵੀ ਬੀਜੀ ਜਾ ਸਕਦੀ ਹੈ, ਅੱਧ ਨਵੰਬਰ ਤੱਕ ਵੀ ਬੀਜੀ ਜਾ ਸਕਦੀ ਹੈ, ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ। ਪਰ ਬਹੁਤ ਸਾਰੇ ਖੇਤਰਾਂ ਦੇ ਵਿੱਚ ਆਲੂ ਦੀ ਬਿਜਾਈ ਹੁੰਦੀ ਹੈ। ਆਲੂ ਦੀ ਬਿਜਾਈ ਜਿਹੜੀ ਆ ਉਹ ਮਤਲਬ ਇਸ ਅਕਤੂਬਰ ਦੇ ਮਹੀਨੇ 'ਚ ਹੀ ਕੀਤੀ ਜਾਂਦੀ ਹੈ। ਉਹਨਾਂ ਨੂੰ ਔਖਾ ਹੋ ਜਾਵੇਗਾ ਜੇ ਹੁਣ 1 ਤਰੀਕ ਨੂੰ ਜਾ ਕੇ ਫਸਲ ਵਿਕੀ, ਜਾਂ ਬਾਕੀ ਰੁਕ ਜਾਣਗੇ, ਕਟਾਈ ਨਹੀਂ ਕਰ ਸਕਣਗੇ, ਉਹਨਾਂ ਨੂੰ 1 ਤਰੀਕ ਤੱਕ 11 ਤਰੀਕ ਤੱਕ ਰੁਕਣਾ ਪਵੇਗਾ। ਇਹਦੇ ਨਾਲ ਆਲੂ ਦੀ ਜਿਹੜੀ ਲਵਾਈ ਹੈ ਉਹਦੀ ਪ੍ਰਭਾਵਿਤ ਹੋਵੇਗੀ। ਸੋ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਤਾਂ ਜਿਹੜੀ ਹੁਕਮਰਾਨ ਧਿਰ ਆ ਉਹਦੇ ਵਿਰੋਧ ਦੇ ਵਿੱਚ ਗੱਲ ਕਰਨੀ ਹੁੰਦੀ ਹੈ। ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਦੇ ਵਿੱਚ ਗਏ ਨੇ। ਜਾਣਕਾਰੀ ਉਹਨਾਂ ਦੇ ਦਫ਼ਤਰ ਦੇ ਸੂਤਰਾਂ ਮੁਤਾਬਕ ਪਤਾ ਲੱਗੀ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਹੈ ਕਿ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ, ਇਹਨੂੰ ਐਡਵਾਂਸ ਕੀਤਾ ਜਾਵੇ, ਇਹਨੂੰ 11 ਤਰੀਕ ਤੇ ਨਾ ਰੱਖਿਆ ਜਾਵੇ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਅਕਾਲੀ ਦਲ ਨੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਹੈ, ਹੁਣ ਤੱਕ ਅਕਾਲੀ ਦਲ ਭਾਈਵਾਲ ਰਿਹਾ, ਮੰਨ ਲਿਆ। ਪੰਜਾਬ ਦੇ ਵਿੱਚ ਤਾਂ ਉਹਨਾਂ ਦੇ ਵਿਰੋਧੀ ਕਾਂਗਰਸ ਦੀ ਸਰਕਾਰ ਹੈ, ਤੇ ਹਰਿਆਣੇ 'ਚ ਕਿਹਦੀ ਹੈ? ਖਰੀਦ ਤਾਂ ਉੱਥੇ ਵੀ 11 ਤਰੀਕ ਤੋਂ ਹੋਣੀ ਹੈ ਵੀ ਬੀਜੇਪੀ ਦੀ ਸਰਕਾਰ ਦੋਹਾਂ ਥਾਵਾਂ ਤੇ। ਸੋ ਜਿਹੜੇ ਰਾਜਸੀ ਧਿਰਾਂ ਨੇ ਇਹਨਾਂ ਨੇ ਆਪੋ ਆਪਣਾ ਗੱਲ ਕਰਨੀ ਹੁੰਦੀ ਹੈ, ਇਹ ਉਸ ਤਰ੍ਹਾਂ ਦੀ ਗੱਲ ਕਰ ਲੈਂਦੇ ਨੇ। ਠੀਕ ਹੈ, ਉਹ ਵਿਰੋਧੀ ਧਿਰ ਦੇ ਵਿੱਚ ਹੈ, ਉਹਨਾਂ ਨੂੰ ਹੱਕ ਬਣਦਾ ਹੈ। ਉਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਦਾ ਤਬਾਹ ਵੀ ਲਾਤਾ ਕਿ ਇਹਨਾਂ ਨੇ ਪ੍ਰਬੰਧ ਨਹੀਂ ਕੀਤੇ ਹੋਣੇ। ਜੇ ਪ੍ਰਬੰਧ ਨਹੀਂ ਕੀਤੇ ਹੋਏ, ਉਹਨਾਂ ਨੂੰ ਉਜਾਗਰ ਕਰਨਾ ਉਹਨਾਂ ਦਾ ਮੁੱਢਲਾ ਫਰਜ਼ ਹੈ। ਉਹ ਕਰਨਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ ਹੈ। ਸਰਕਾਰਾਂ ਨੂੰ ਵੀ ਤਾਂ ਹੀ ਪਤਾ ਲੱਗਦਾ ਕਿ ਆਹ ਕੁਝ ਅਸੀਂ ਨਹੀਂ ਕੀਤਾ। ਸੋ ਬਹੁਤ ਸਾਰੀਆਂ ਹੋਰਨਾਂ ਪਾਰਟੀਆਂ ਨੇ ਵੀ ਕੇਂਦਰ ਸਰਕਾਰ ਦੇ, ਖਾਸ ਕਰ ਪੰਜਾਬ ਸਰਕਾਰ ਨੇ ਵੀ, ਪੰਜਾਬ ਸਰਕਾਰ ਦੇ ਜਿਹੜੇ ਇਹਨਾਂ ਦੇ ਉਹਨੇ ਰੱਬ ਤੁਹਾਡਾ ਭਲਾ ਕਰੇ ਖੁਰਾਕ ਮੰਤਰੀ, ਸਾਰਿਆਂ ਨੇ ਇਸ ਗੱਲ ਦਾ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ। ਕੇਂਦਰ ਸਰਕਾਰ ਨੂੰ ਕਿਹਾ ਕਿ ਤੁਸੀਂ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੋ, ਕਿਸਾਨਾਂ ਦੀ ਫਸਲ ਜਿਹੜੀ ਹੈ ਉਹਦਾ ਤੁਰੰਤ ਚੁਕਾਉਣ ਦਾ ਪ੍ਰਬੰਧ ਕੀਤਾ ਜਾਵੇ। ਆਮ ਤੌਰ 'ਤੇ ਬਹੁਤ ਸਾਰੀਆਂ ਕਿਸਮਾਂ ਉਹ ਬੀਜੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਜਿਹੜਾ ਪੱਕਾ ਹੀ ਸਮਾਂ ਹੈਗਾ ਉਹ ਅਕਤੂਬਰ ਚੜ੍ਹਦਿਆਂ ਆ ਜਾਂਦਾ ਹੈ।
ਸੋ ਕਿਸਾਨ ਜਾਣਗੇ ਕਿੱਥੇ। ਇਸ ਕਰਕੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਮੁੜ ਤੋਂ ਵਿਚਾਰ ਕਰਨ ਦੀ ਜ਼ਰੂਰਤ ਹੈ। ਔਰ ਰਾਜ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਮੰਡੀਆਂ 'ਚ ਕੀਤੇ ਜਾਣੇ ਨੇ ਉਹਨਾਂ ਦਾ ਵੀ ਯੋਗ ਪ੍ਰਬੰਧ ਕੀਤਾ ਜਾਵੇ। ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਠੰਡੇ ਕਮਰਿਆਂ 'ਚ ਬੈਠ ਕੇ ਨਹੀਂ, ਮੰਡੀਆਂ 'ਚ ਜਾ ਕੇ ਨਿਰੀਖਣ ਕਰਨ। ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਹਿਣਾ ਚਾਹੀਦਾ ਕਿ ਉਹ ਜਾ ਕੇ ਖੁਦ ਨਿਰੀਖਣ ਕਰਨ ਕਿ ਜਿਹੜੇ ਪ੍ਰਬੰਧ ਕਿਸਾਨਾਂ ਵਾਸਤੇ ਕਰਨੇ ਬਣਦੇ ਆ ਉਹ ਹੋ ਚੁੱਕੇ ਨੇ ਜਾਂ ਨਹੀਂ। ਜੀ, ਇਸ ਤੋਂ ਇਲਾਵਾ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕੀਤੀ ਜਾਵੇ ਤਾਂ ਉਹ ਦਿੱਲੀ ਦੌਰੇ 'ਤੇ ਪਹੁੰਚੇ ਨੇ। ਨਵਜੋਤ ਸਿੰਘ ਸਿੱਧੂ ਨੇ ਜਿਹੜਾ ਪ੍ਰਧਾਨਗੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦਿੱਤਾ ਹੋਇਆ ਹੈ, ਉਸ ਨੂੰ ਲੈ ਕੇ ਹੋ ਸਕਦਾ ਕਿ ਉਹ ਹਾਈ ਕਮਾਂਡ ਨਾਲ ਗੱਲਬਾਤ ਕਰਨ। ਇਸ ਤੋਂ ਪਹਿਲਾਂ ਉਹ ਹਰੀਸ਼ ਚੌਧਰੀ ਦੇ ਨਾਲ ਤੇ ਹੋਰ ਵੀ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ ਉਹਨਾਂ ਨਾਲ ਮੀਟਿੰਗ ਵੀ ਕਰ ਚੁੱਕੇ ਨੇ। ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਉਹ ਜਲਦੀ ਮਨਾਇਆ ਜਾਵੇਗਾ। ਦੇਖੋ ਗੱਲ ਇਹ ਹੈਗਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਮਸਲੇ ਚੱਕੇ ਨੇ ਉਹ ਇਕੱਲੇ ਨਵਜੋਤ ਸਿੰਘ ਸਿੱਧੂ ਨਹੀਂ ਚੱਕਦੇ, ਹੋਰ ਵੀ ਚੱਕਦੇ ਆ ਬੰਦੇ। ਉਹਨਾਂ ਦਾ ਮਸਲਾ ਇਹ ਹੈ ਪਹਿਲਾ ਕਿ ਜਿਹੜਾ ਐਡਵੋਕੇਟ ਜਨਰਲ ਲਾਇਆ ਗਿਆ APS ਦਿਓਲ, ਇਹ ਬਰਗਾੜੀ ਕਾਂਡ ਦੇ ਵਿੱਚ ਜਿਹੜੀ ਗੋਲੀ ਕਾਂਡ ਹੈ ਉਹਦੇ ਵਿੱਚ ਸਵੇਦ ਸਿੰਘ ਸੈਣੀ ਨੂੰ ਇਹਨਾਂ ਨੇ ਅਗਾਊਂ ਜ਼ਮਾਨਤਾਂ ਲੈ ਕੇ ਦਿੱਤੀਆਂ ਨੇ। ਉਹਨਾਂ ਦਾ ਵਕੀਲ ਰਿਹਾ ਹੈਗਾ। ਮੇਰਾ ਖਿਆਲ ਇਹਦੀ ਨਿਯੁਕਤੀ ਤੋਂ ਪਹਿਲਾਂ ਸਰਕਾਰ ਨੂੰ ਸੋਚਣਾ ਚਾਹੀਦਾ ਸੀ। ਦੂਜਾ, ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਜਿਹੜਾ DGP ਲਾਇਆ ਇਕਬਾਲਪ੍ਰੀਤ ਸਿੰਘ ਸਹੋਤਾ, ਉਹ ਜਿਹੜੀ ਸਿੱਟ ਸੀ ਅਕਾਲੀ ਦਲ ਵੱਲੋਂ ਬਣਾਈ ਗਈ ਕਥਿਤ ਸਿੱਟ, ਉਹਦੇ ਵਿੱਚ ਮੁਖੀ ਸੀਗੇ। ਜਦੋਂ ਸੁਖਬੀਰ ਸਿੰਘ ਬਾਦਲ ਨੇ 2 ਰੁਪਿੰਦਰ ਤੇ ਜਸਵਿੰਦਰ ਪੰਜਗਰਾਈ ਵਾਲੇ ਉਹਨਾਂ ਦੇ ਕੇਸ ਦੇ ਵਿੱਚ ਕਿਹਾ ਕਿ ਦੇਖੋ ਜੀ ਕੇਸ ਸੋਲਵ ਹੋ ਗਿਆ, ਮੇਰੇ ਮਨ ਨੂੰ ਬੜੀ ਸ਼ਾਂਤੀ ਪੁੱਜੀ ਹੈ, ਹੁਣ ਸੋਤਾ ਸਾਹਿਬ ਗੱਲ ਕਰਨਗੇ, ਮੈਂ ਮੱਥਾ ਟੇਕਣ ਚੱਲੇ ਹਾਂ। ਜਿਨ੍ਹਾਂ ਨੂੰ ਉਹਨਾਂ ਦੀ ਸਿੱਟ ਨੇ ਦੋਸ਼ੀ ਬਣਾਇਆ ਸੀ ਉਹਨਾਂ ਦੀ ਸਰਕਾਰ ਵੇਲੇ ਹੀ ਉਹਨਾਂ ਨੂੰ ਦੋਸ਼ ਮੁਕਤ ਕਰਨਾ ਪਿਆ ਕਿਉਂਕਿ ਨੀਂਹ ਗਲਤ ਰੱਖੀ ਗਈ ਸੀ। ਦੂਜਾ, ਉਹ ਇਹਦਾ ਵਿਰੋਧ ਕਰਦੇ ਨੇ। ਪਤਾ ਲੱਗਿਆ ਕਿ ਸਹੋਤਾ ਸਾਹਿਬ ਦਾ ਜਿਹੜਾ ਸਥਾਨ ਹੈ ਸੀਨੀਅਰਟੀ ਮੁਤਾਬਕ ਉਹ 7ਵਾਂ ਹੈ, ਜਿਹੜਾ 10 ਬੰਦਿਆਂ ਦਾ ਹੁਣ ਕਹਿੰਦੇ ਪੈਨਲ ਭੇਜਤਾ UPSC ਨੂੰ। ਠੀਕ। ਸੋ ਇਹ 2 ਮੰਗਾਂ ਉਹਨਾਂ ਦੀਆਂ ਮੁੱਢਲੀਆਂ ਨੇ। ਤੀਜੀ ਹੈਗੀ ਆ ਵੀ ਕੋਈ ਦਾਗੀ ਮੰਤਰੀ ਤੇ ਦੋਸ਼ ਲਾਉਂਦੇ ਨੇ ਵੀ ਆਹ ਮੰਤਰੀ ਦਾਗੀ ਨੇ, ਇਹਨਾਂ ਨੂੰ ਕਿਉਂ। ਉਹ ਗੱਲ ਕਰਨ ਹਾਈ ਕਮਾਨ ਨਾਲ, ਜਿਹਦੇ ਵਿੱਚ ਉਹ ਖੁਦ ਵੀ ਗਏ ਸੀ। ਜਦੋਂ ਮੰਤਰੀ ਮੰਡਲ ਬਣਾਇਆ ਗਿਆ ਸੀ ਤਾਂ ਉਹਨਾਂ ਨੂੰ ਵੀ ਸੱਦਿਆ ਗਿਆ ਸੀ ਪ੍ਰਧਾਨ ਦੇ ਤੌਰ ਤੇ। ਸੋ ਮੇਰੇ ਕਹਿਣ ਦਾ ਮਤਲਬ, ਭੰਗੂ ਸਾਹਿਬ, ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਦੀ ਹੈ ਉਹ ਮੰਗਾਂ ਦੋਨੇ ਉਹਨਾਂ ਦੀਆਂ ਜਾਇਜ਼ ਨੇ ਵੀ ਅੱਜ ਅਸੀਂ ਲੋਕਾਂ 'ਚ ਮੂੰਹ ਕੀ ਦਿਖਾਵਾਂਗੇ, ਪਰ ਸਿੱਧੂ ਸਾਹਿਬ ਨੂੰ ਇਹ ਗੱਲ ਥੋੜ੍ਹੀ ਜਿਹੀ ਪਹਿਲਾਂ ਵੀ ਕਰਨੀ ਚਾਹੀਦੀ ਸੀ ਜੀ। AG ਸਾਹਿਬ ਦਾ ਤਾਂ ਛੱਡ ਦਿਓ, DGP ਲਾਉਣ ਦਾ ਮਾਮਲਾ ਤਾਂ 3 ਨਾਵਾਂ ਦਾ ਜਦੋਂ ਚੰਨੀ ਸਾਹਿਬ ਨੇ ਸਹੁੰ ਚੁੱਕੀ ਆ ਉਦੋਂ ਬਾਅਦ ਹੀ ਸਾਹਮਣੇ ਆ ਗਿਆ ਸੀ ਕਿ ਸਿਧਾਰਥ ਚਟੋਪਾਧਿਆ, BK ਭਾਵੜਾ ਤੇ ਇਕਬਾਲਪ੍ਰੀਤ ਸਿੰਘ ਸਹੋਤਾ, ਤਿੰਨਾਂ 'ਚੋਂ ਕਿਸੇ ਇੱਕ ਨੂੰ ਲਾਇਆ ਜਾ ਸਕਦਾ ਹੈ। ਮੇਰਾ ਖਿਆਲ ਸਿੱਧੂ ਸਾਹਿਬ ਜੇ ਉਸ ਵੇਲੇ ਇਹਦਾ ਵਿਰੋਧ ਕਰਦੇ, ਮੁੱਖ ਮੰਤਰੀ ਨੂੰ ਕਹਿੰਦੇ ਕਿ ਇਹਨੂੰ ਤੁਸੀਂ ਨਾ ਲਾਇਓ, ਇਹਦੇ ਤੇ ਆਹ ਇਲਜ਼ਾਮ ਲੱਗਦੇ ਨੇ, ਉਦੋਂ ਤੁਸੀਂ ਕਿਉਂ ਨਾ ਬੋਲੇ। ਫਿਰ ਤੁਸੀਂ ਪਾਰਟੀ ਪਲੇਟਫਾਰਮ ਤੇ ਬੈਠ ਕੇ ਗੱਲ ਕਿਉਂ ਨਹੀਂ ਕਰਦੇ। ਸੁਨੀਲ ਜਾਖੜ ਨੇ ਠੀਕ ਕਿਹਾ ਕਿ ਤੁਸੀਂ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀਆਂ ਪਾਵਰਾਂ ਦੀ ਘਟਾ ਕੇ ਦੇਖ ਰਹੇ ਹੋ। ਜਨਤਕ ਤੌਰ ਤੇ ਜਦੋਂ ਇਹੋ ਜਿਹੀ ਗੱਲ ਕਰੋਗੇ ਇਹ ਠੀਕ ਨਹੀਂ ਹੈ। ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਸੋ ਸਿੱਧੂ ਸਾਹਿਬ ਨੇ ਜਿਹੜੇ ਮਸਲੇ ਚੱਕੇ ਨੇ ਉਹ ਦੋਏ ਮਸਲੇ ਉਹਨਾਂ ਦੇ ਇਸ ਗੱਲ ਤੋਂ ਬਿਲਕੁਲ ਦਰੁਸਤ ਨੇ ਕਿ ਕੱਲ੍ਹ ਨੂੰ ਜਦੋਂ ਵੋਟਾਂ ਲੈਣ ਵਾਸਤੇ ਲੋਕ ਕਚਹਿਰੀ ਵਿੱਚ ਜਾਣਾ ਹੈ ਤੇ ਜਦੋਂ ਲੋਕਾਂ ਨੇ ਇਹ ਸਵਾਲ ਪੁੱਛਿਆ ਕਿ ਜਿਹੜਾ ਬੰਦਾ ਸੈਣੀ ਦਾ ਵਕੀਲ, ਤੁਹਾਡਾ ਐਡਵੋਕੇਟ ਜਨਰਲ, ਪਹਿਲੇ ਐਡਵੋਕੇਟ ਜਨਰਲ ਤੇ ਵੀ ਤਾਂ ਆਹੀ ਸਵਾਲ ਉੱਠਦੇ ਸੀ। ਜਿਹੜੇ ਬੰਦੇ ਨੇ ਸੈੱਟ ਬਣਾ ਕੇ ਉੱਥੇ ਕੰਮ ਕੀਤਾ ਤਾਂ ਉਹਨੂੰ ਤੁਸੀਂ DGP ਲਾ ਲਿਆ, ਕਿਸੇ ਹੋਰ ਨੂੰ ਲਾਇਆ ਜਾ ਸਕਦਾ ਸੀ। ਇਹ ਜਿਹੜਾ ਘੜਮੱਸ ਇਹਨਾਂ ਨੇ ਹੁਣ ਪਾਇਆ, ਇਹ ਮੇਰਾ ਖਿਆਲ ਸ਼ੁਰੂ 'ਚ ਹੀ ਕਰ ਲੈਣਾ ਚਾਹੀਦਾ ਸੀ ਕਿਉਂਕਿ ਮੁੱਖ ਮੰਤਰੀ ਬਣਦਿਆਂ ਚੰਨੀ ਹੋਰਾਂ ਨੇ ਕਿਹਾ ਸੀ ਕਿ ਪਾਰਟੀ ਉੱਪਰ ਹੁੰਦੀ ਹੈ ਸਰਕਾਰ ਤੋਂ, ਅਸੀਂ ਤਾਂ ਉਸ ਦੀ ਆਈਡੀਓਲੋਜੀ, ਉਹਦੇ ਸਿਧਾਂਤ ਮੁਤਾਬਕ ਕੰਮ ਕਰਨਾ ਹੈ। ਇਹ ਜਿਹੜਾ ਖਿਲਾਰਾ ਇਹਨਾਂ ਨੇ ਜਨਤਕ ਤੌਰ ਤੇ ਪਾ ਲਿਆ, ਇਹਦੀ ਥਾਂ ਦੇ ਉੱਤੇ ਇਹ ਜੇ ਆਪਣੇ ਤੌਰ ਤੇ ਕਰਦੇ, ਔਰ ਸਿੱਧੂ ਸਾਹਿਬ ਨੇ ਵੀ ਸਿਰੇ ਵਾਲਾ ਤੀਰ ਚਲਾਤਾ ਅਸਤੀਫਾ ਦੇਣ ਵਾਲਾ। ਮੇਰਾ ਖਿਆਲ ਹੈ ਕਿ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ।
ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਜਦੋਂ 5 ਮੰਤਰੀ ਟੌੜਾ ਸਾਹਿਬ ਦੇ ਨਾਲ ਦੇ ਸੀ, ਜਿਹੜੇ ਬਾਦਲ ਸਾਹਿਬ ਦੀ ਸਰਕਾਰ ਵੇਲੇ 97 'ਚ 98 ਸਾਲ ਕੁ ਉਹਨਾਂ ਨੇ ਕਰ ਲਈ ਸੀ, 98 'ਚ ਜਦੋਂ ਜਾ ਕੇ ਬਾਦਲ ਸਾਹਿਬ ਨੂੰ ਕਿਹਾ ਕਿ ਆਹ ਸਾਡੇ 5 ਵਜ਼ੀਰਾਂ ਦੇ ਅਸਤੀਫੇ ਫੜੋ ਜੀ, ਉਹ ਕਹਿੰਦੇ ਲਿਆਓ ਕਾਕਾ, ਆ ਮੇਰੇ ਤੋਂ ਰਿਕਮੈਂਡ ਕਰਾਓ ਤੇ ਰਾਜਪਾਲ ਸਾਹਿਬ ਨੂੰ ਭੇਜ ਦਿਓ। ਸੋ ਜਦੋਂ ਆਪਦੇ ਹੱਥ 'ਚ ਰੱਖਿਆ ਜਾਣਾ ਚਾਹੀਦਾ, ਹੁਣ ਤੁਸੀਂ ਹੱਥ ਵੜਾ ਕੇ ਦੂਜਿਆਂ ਨੂੰ ਦੇਤੇ, ਹੁਣ ਉਹਨਾਂ ਦੀ ਮਰਜ਼ੀ ਆ ਤੁਹਾਡਾ ਅਸਤੀਫਾ ਪ੍ਰਵਾਨ ਕਰਦੇ ਆ ਜਾਂ ਨਹੀਂ ਕਰਦੇ। ਅੱਜ ਜਿਹੜਾ ਚੰਨੀ ਹੋਰਾਂ ਨੂੰ ਉੱਥੇ ਬੁਲਾਇਆ ਗਿਆ, ਮੇਰਾ ਖਿਆਲ ਹੈ ਇੱਕ ਤਾਂ ਇਹ ਮਸਲਾ ਹੋ ਜਾਣਾ ਹੈ ਤੇ ਦੂਜਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਲਾ ਵੀ ਹੋ ਜਾਣਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਉਹ ਦਿਖਾਇਆ ਨਾ ਹੇਜ ਭਾਰਤੀ ਜਨਤਾ ਪਾਰਟੀ ਨਾਲ, ਹੁਣ ਕਹਿਤਾ ਵੀ ਨਾ ਮੈਂ ਬੀਜੇਪੀ 'ਚ ਜਾਵਾਂਗਾ ਨਾ ਕਾਂਗਰਸ 'ਚ ਰਹਾਂਗਾ, ਫਿਰ ਤਾਂ ਤੀਜਾ ਆਪਸ਼ਨ ਹੈ ਕਿ ਨਵੀਂ ਪਾਰਟੀ ਬਣਾਈ ਜਾ ਰਹੀ ਹੈ। ਹੋ ਸਕਦਾ ਉਹ ਨਵੀਂ ਪਾਰਟੀ ਪੁਰਾਣੇ ਸਾਥੀ ਢੀਂਡਸਾ ਸਾਹਿਬ ਹੋਰੀ ਬੈਠੇ ਨੇ, ਉਹਨਾਂ ਦੇ ਨਾਲ ਮਿਲ ਕੇ ਹੋ ਸਕਦਾ ਬਣਾਉਣ ਵਾਲਾ ਕੋਈ ਯਤਨ ਹੋਵੇ ਕਿ ਅਸੀਂ ਵੀ ਇੱਕ ਰੀਜਨਲ ਪਾਰਟੀ ਹੋਰ ਸਥਾਪਿਤ ਕਰ ਲੈਂਦੇ ਹਾਂ। ਇਹ ਉਦੋਂ ਸਮਾਂ ਦੱਸੇਗਾ। ਉਹ ਗਏ ਕਿਉਂ ਨੇ? ਜਿਹੜੀਆਂ ਬਸ਼ੀਰ ਬਦਰ ਦੀਆਂ 17 ਜਾਖੜ ਸਾਹਿਬ ਨੇ ਬੋਲੀਆਂ ਨੇ, ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ, ਬਹੁਤ ਬਿਆਨ ਕਰਦੀਆਂ ਨੇ। ਉਹਨਾਂ ਨੇ ਕੀ ਕਿਹਾ? ਕਹਿੰਦਾ ਕੁਝ ਤੋਂ ਮਜਬੂਰੀਆਂ ਰਹੀ ਹੋਗੀ, ਐਵੇਂ ਕੋਈ ਬੇਵਫਾ ਨਹੀਂ ਹੋ ਜਾਤਾ। ਵੀ ਐਵੇਂ ਨਹੀਂ ਬੰਦਾ ਬੇਵਫਾ ਹੋ ਜਾਂਦਾ, ਕੋਈ ਨਾ ਕੋਈ ਮਜਬੂਰੀਆਂ ਹੈਗੀਆਂ ਨੇ। ਉਹ ਕਹਿਣ ਦੀ ਜ਼ਰੂਰਤ ਨਹੀਂ, ਉਹ ਲੋਕਾਂ ਦੇ ਬੱਚੇ ਦੀ ਜ਼ੁਬਾਨ 'ਤੇ ਨੇ ਕਿ ਉਹ ਮਜਬੂਰੀਆਂ ਕਿਹੜੀਆਂ ਨੇ, ਜਿਹੜੀਆਂ ਕੈਪਟਨ ਸਾਹਿਬ ਬਾਰ-ਬਾਰ ਕਹਿ ਰਹੇ ਸੀ ਕਿ ਇਹ ਬਾਰਡਰ ਸਟੇਟ ਆ ਪਾਕਿਸਤਾਨ ਦੇ ਵਿੱਚ, ਆਹ ਹੋਣਾ, ਆਹ ਹੋਣਾ, ਫਲਾਨਾ ਹੋਣਾ। ਇੱਕ ਹਿਸਟੋਰੀਅਨ ਨੇ ਗੁਰਦਰਸ਼ਨ ਸਿੰਘ ਢਿੱਲੋਂ, ਉਹਨਾਂ ਨੇ ਆਪਣੀ ਰਿਪੋਰਟਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਹਿੰਦੇ ਕਿਤੇ ਇਸ ਕਰਕੇ ਤਾਂ ਨਹੀਂ ਕੈਪਟਨ ਸਾਹਿਬ ਕੋਲ ਸੂਚਨਾ ਜਲਦੀ ਆ ਜਾਂਦੀ ਸੀ ਕਿ ਪਾਕਿਸਤਾਨ ਦੀ ਇੱਕ ਔਰਤ ਮਿੱਤਰ ਉਹਨਾਂ ਦੇ ਕੋਲ ਰਹਿੰਦੀ ਸੀ। ਕੇਂਦਰ ਸਰਕਾਰ ਵਾਲਿਆਂ ਨੇ ਕੋਈ ਵੀਡੀਓ ਉਹਦੀਆਂ ਤਾਂ ਨਹੀਂ ਬਣਾ ਰੱਖੀਆਂ, ਜਾਂ ਕੋਈ ਹੋਰ ਖੁਫੀਆ ਰਿਪੋਰਟਾਂ ਉਹਦੀਆਂ ਤਾਂ ਨਹੀਂ ਬਣਾ ਰੱਖੀਆਂ, ਜਿਹਦੇ ਕਰਕੇ ਜਿੱਧਰ ਨੂੰ ਤੁਨਕਾ ਵੱਜਿਆ ਇਹ ਸਾਰੇ ਦਾ ਸਾਰਾ ਜਿਹੜਾ ਦਾਅ ਆ ਉਹ ਕੈਪਟਨ ਸਾਹਿਬ ਦੇ ਭਣੋਈਏ ਨਟਵਰ ਸਿੰਘ ਦੇ ਰਾਹੀਂ ਖੇਡਿਆ ਜਾ ਰਿਹਾ, ਜਿਹੜਾ ਕਾਫੀ ਸਮਾਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਸੀ। ਹੁਣ ਕੈਪਟਨ ਸਾਹਿਬ ਦਾ ਉੱਥੇ ਦਾਲ ਕਿੰਨੀ ਗਲਦੀ ਹੈ, ਕੀ ਪਤਾ ਲੱਗਦਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਜੀ ਕਿਹਾ ਜਾ ਰਿਹਾ ਕਿ ਐਡਵੋਕੇਟ ਜਨਰਲ ਅਤੇ ਡੀਜੀਪੀ ਨੂੰ ਜਿਹੜਾ ਬਦਲਾਇਆ ਜਾ ਸਕਦਾ, ਇਹਦੇ ਉੱਤੇ ਵੀ ਕਹਿੰਦੇ ਸਹਿਮਤੀ ਬਣਦੀ ਜਾ ਰਹੀ ਹੈ ਜੀ। ਦੇਖੋ, ਜਿਹੜਾ ਡੀਜੀਪੀ ਸਾਹਿਬ ਵਾਲਾ ਮਾਮਲਾ ਇਹ ਤਾਂ ਬੜਾ ਸੌਖਾ ਹੈ ਜੀ। ਉਹਨਾਂ ਨੇ ਵਾਧੂ ਚਾਰਜ ਦਿੱਤਾ ਹੈ ਇਕਬਾਲਪ੍ਰੀਤ ਸੋਤਾ ਨੂੰ ਜੀ। 1 ਮਹੀਨਾ ਛੁੱਟੀ ਤੇ ਗਏ ਨੇ ਦਿਨਕਰ ਗੁਪਤਾ ਹੋਰੀ ਜੀ। ਉਹਨੂੰ ਜਦੋਂ ਮਰਜ਼ੀ ਬਦਲ ਕੇ ਕਿਸੇ ਹੋਰ ਨੂੰ ਦਿੱਤਾ ਜਾ ਸਕਦਾ, ਇਹ ਕੋਈ ਔਖਾ ਕੰਮ ਨਹੀਂ ਹੈਗਾ ਜੀ। ਔਖਾ ਕੰਮ ਹੈ ਐਡਵੋਕੇਟ ਜਨਰਲ ਸਾਹਿਬ ਵਾਲਾ। ਉਹ ਵੀ ਵੈਸੇ ਸਰਕਾਰ ਜੇ ਬੁਲਾ ਕੇ ਕਹਿ ਦੇਵੇ ਵੀ ਸਰਦਾਰ ਸਾਹਿਬ ਅਸਤੀਫਾ ਦੇ ਦਿਓ ਤੇ ਬੰਦੇ ਨੂੰ ਦੇਣਾ ਪੈਂਦਾ ਹੁੰਦਾ, ਸਰਕਾਰ ਦੀ ਸਹਿਮਤੀ ਤੋਂ ਬਿਨਾਂ ਚੱਲੇ ਨਹੀਂ ਜਾ ਸਕਦੇ। ਜੇ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜਿਹੜਾ ਕੜਮਾਸੇ ਪਾਇਆ ਹੈ ਚੰਗਾ ਇਹ ਨਹੀਂ ਸੀਗਾ ਕਿ ਪਹਿਲਾਂ ਬੈਠ ਕੇ ਵਿਚਾਰ ਕੇ ਕਰ ਲੈਂਦੇ। ਜੇ ਪਾਰਟੀ ਪ੍ਰਧਾਨ ਨਹੀਂ ਚਾਹੁੰਦਾ ਸੀ, ਇੱਕ ਵਾਰੀ ਤਾਂ ਇਕੱਠੇ ਰਲ ਕੇ ਚੱਲਣ ਦਾ ਬੜਾ ਕੁਝ ਕੀਤਾ ਸੀ। ਲੋਕਾਂ ਦੇ ਵਿੱਚ ਇਹ ਵੀ ਗਿਆ ਸੀ ਕਿ ਬਹੁਤ ਸਾਰੇ ਸਿਆਸੀ ਆਗੂ ਨੇ ਦੋਸ਼ ਲਾਇਆ ਸੀ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਨੂੰ ਐਂ ਚਲਾ ਰਹੇ ਨੇ ਵੀ ਜਿਵੇਂ ਉਹ ਅਣਜਾਣ ਹੈ, ਬੱਚਾ ਹੈ, ਉਹਦੀ ਉਂਗਲ ਫੜ ਕੇ ਅੱਗੇ ਨੂੰ ਤੋਰ ਰਹੇ ਨੇ। ਉਹ 3-4 ਦਿਨ ਦੇ ਵਿੱਚ ਵਾਪਰਿਆ ਕੀ ਹੈ? ਜਿਹੜੀ ਆਪਸ ਵਿੱਚ ਦੀ ਇਹਨਾਂ ਦਾ ਕਾਟੋ ਕਲੇਸ਼ ਬਹੁਤ ਉਲਝ ਗਿਆ। ਸ਼ਕਤੀ ਦੇ ਕੇਂਦਰ ਪਹਿਲਾਂ 2 ਸੀ, ਹੁਣ 2 ਤੋਂ ਕਈ ਬਣ ਗਏ ਨੇ। ਜੇ ਚੰਗਾ ਹੁੰਦਾ ਕਿ ਇਹ ਆਪ ਦਾ ਘੜਵੱਸ ਨਾ ਪਾਉਂਦੇ, ਕਿਉਂਕਿ ਸਮਾਂ ਤਾਂ ਤੁਹਾਡੇ ਕੋਲੇ 3 ਮਹੀਨਿਆਂ ਦਾ ਬਚਿਆ। ਜੇ ਇਸੇ ਤਰ੍ਹਾਂ ਇੱਕ ਦੂਜੇ ਨੂੰ ਮਨਾ ਲਿਆ ਹੈ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ? ਸੋ ਜੇ ਇਸੇ ਤਰ੍ਹਾਂ ਇਹ ਚੱਲਦੇ ਰਹੇ ਤੇ ਚੰਨੀ ਸਾਹਿਬ ਬਾਰ-ਬਾਰ ਦਿੱਲੀ ਦੇ ਸਫ਼ਰ ਹਵਾਈ ਕਰਦੇ ਰਹੇ ਚੌਪਰ ਦੇ ਉੱਤੇ, ਤਾਂ ਮੰਦਭਾਗਾ ਹੋਵੇਗਾ। ਫਿਰ ਜੋ ਕੁਝ ਇਹਨਾਂ ਨੇ ਸੋਚਿਆ ਉਹ ਦਿਖਾ ਨਹੀਂ ਸਕਣਗੇ, ਲੇਕਿਨ ਲੋਕ ਇਹਨਾਂ ਨੂੰ 2022 ਦੇ ਵਿੱਚ ਜ਼ਰੂਰ ਸ਼ੀਸ਼ਾ ਦਿਖਾ ਦੇਣਗੇ। ਜੀ। ਉਧਰ ਜੇਕਰ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਤਾਂ ਉਹਨਾਂ ਨੇ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਹੈ, ਜਿਸ ਦੇ ਵਿੱਚ ਕਹਿੰਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਚਰਚਾ ਕੀਤੀ ਹੈ ਕਿ ਇਹ ਰੱਦ ਕੀਤੇ ਜਾਣ, ਜਿਸ ਨੂੰ ਲੈ ਕੇ ਜਥੇਬੰਦੀਆਂ ਨੇ ਜਿਹੜਾ ਉਹ ਵਿਰੋਧ ਜਤਾਇਆ। ਉਹ ਕਹਿੰਦੇ ਨੇ ਕਿ ਜਦੋਂ ਮੁੱਖ ਮੰਤਰੀ ਸੀਗੇ ਜਦ ਤਾਂ ਕੁਝ ਕਿਹਾ ਨਹੀਂ, ਤੇ ਹੁਣ ਮੁੱਖ ਮੰਤਰੀ ਅਹੁਦੇ ਤੋਂ ਉਤਰਨ ਤੋਂ ਬਾਅਦ ਇਹ ਖੇਤੀ ਕਾਨੂੰਨ ਰੱਦ ਕਰਾਉਣ ਨੂੰ ਤੁਰ ਪਏ ਜੀ। ਪੰਜਾਬੀ ਦੇ ਵਿੱਚ ਇੱਕ ਕਹਾਵਤ ਆ ਕਿ ਦੀਵਾਲੀ ਪਿੱਛੋਂ ਤੰਬਾ ਫੂਕਣੇ, ਵੇਲੇ ਦੇ ਰਾਗ ਕਬੀਲੇ ਦੀਆਂ ਟੱਕਰਾਂ। ਸਹੀ ਕਿਹਾ ਉਹਨਾਂ ਨੇ ਕਿ ਤੁਸੀਂ ਮੁੱਖ ਮੰਤਰੀ ਸੀ
ਮੁੱਖ ਮੰਤਰੀ ਹੁੰਦਿਆਂ ਇਹਨੂੰ ਹੱਲ ਕਰਾਉਂਦੇ। ਸਰਬ ਪਾਰਟੀ ਮੀਟਿੰਗਾਂ ਤੁਸੀਂ ਬੁਲਾਈਆਂ ਪਰ ਉਹ ਬੇਸਿੱਟਾ ਰਹੀਆਂ। ਹੁਣ ਵੀ ਜੇ ਤੁਸੀਂ ਸਰਬ ਪਾਰਟੀ ਮੀਟਿੰਗ ਬੁਲਾ ਸਕਦੇ ਸੀ ਸਾਰਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ, ਪਹਿਲਾਂ ਤੁਹਾਡੀ ਕਿਹਨੇ ਬਾਹ ਫੜੀ ਸੀਗੀ ਵੀ ਅਮਿਤ ਸ਼ਾਹ ਨੂੰ ਨਹੀਂ ਮਿਲ ਸਕਦੇ ਜਾਂ ਪ੍ਰਧਾਨ ਮੰਤਰੀ ਨੂੰ ਨਹੀਂ ਮਿਲ ਸਕਦੇ, ਉਦੋਂ ਤੁਸੀਂ ਬੋਲੇ ਨਾ। ਹੁਣ ਤੁਸੀਂ ਜਿਹੜੀ ਗੱਲ ਕਰਦੇ ਹੋ, ਬਹੁ ਗਿਣਤੀ ਕਿਸਾਨ ਜਥੇਬੰਦੀਆਂ ਨੇ ਇਹਦੇ ਵਿੱਚ ਖਾਸ ਕਰ ਰਕੇਸ਼ ਟਕੈਤ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਚੜੂਨੀ, ਮਨਜੀਤ ਸਿੰਘ ਰਾਏ, ਇਹਨਾਂ ਸਾਰੇ ਆਗੂਆਂ ਨੇ ਆਪਣਾ ਇਹ ਬਲਵੀਰ ਸਿੰਘ ਰਾਜੇਵਾਲ, ਉਗਰਾਹਾਂ ਸਾਹਿਬ, ਸਾਰਿਆਂ ਨੇ ਆਖਿਆ ਕਿ ਅੱਜ ਭਾਰਤੀ ਜਨਤਾ ਪਾਰਟੀ ਵਾਲੇ ਕਿਸਾਨਾਂ ਨੂੰ 10 ਮਹੀਨਿਆਂ ਤੋਂ ਉੱਥੇ ਬਿਠਾ ਕੇ 700 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਲੈ ਕੇ ਅੱਜ ਇਹਨਾਂ ਦੇ ਮੋਢਿਆਂ ਤੇ ਰੱਖ ਕੇ ਚਲਾ ਰਹੇ। ਰਕੇਸ਼ ਟਕੈਤ ਕਹਿੰਦੇ ਕਰਾਓ ਵੀ ਸ਼ਾਇਦ ਕੈਪਟਨ ਦੇ ਮੋਢਿਆਂ ਤੇ ਰੱਖ ਕੇ ਭਾਰਤੀ ਜਨਤਾ ਪਾਰਟੀ 2022 ਦਾ ਇੱਕ ਸੌਦਾ ਕਰਨਾ ਚਾਹੁੰਦੀ ਹੈ। ਇਹਦਾ ਕਿਸਾਨਾਂ ਦੀਆਂ ਸਾਰੀਆਂ ਹੀ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਨੇ ਬੁਰਾ ਮਨਾਇਆ ਹੈ। ਇਹ ਸਿਆਸੀ ਪਾਰਟੀਆਂ ਇੱਕ ਟੀਕਾ ਲਾ ਕੇ ਵੇਖਦੀਆਂ ਹੁੰਦੀਆਂ ਨੇ, ਛੋਟਾ ਜਿਹਾ, ਪਹਿਲਾਂ ਛੋਟਾ ਜਿਹਾ ਟੀਕਾ ਲਾ ਦਿਓ, ਜੇ ਤਾਂ ਉਹ ਚੱਲਦਾ ਹੈ ਤਾਂ ਠੀਕ ਹੈ, ਜੇ ਨਹੀਂ ਚੱਲਦਾ ਤਾਂ ਚੁੱਪ ਕਰ ਜਾਓ, ਪਿੱਛੇ ਹਟ ਜਾਓ ਜੀ। ਸੋ ਇਹ ਜਿਹੜਾ ਟੀਕਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਕਿਉਂਕਿ ਕੈਪਟਨ ਸਾਹਿਬ ਨੇ ਕਹਿਤਾ ਸੀ ਕਿ ਮੈਨੂੰ ਬੜੇ ਬੇਆਬਰੂ ਹੋ ਕੇ ਨਿਕਲੇ ਥੇ ਤੇਰੇ ਕੂਚੇ ਸੇ ਹਮ। ਉਹਨਾਂ ਕਹਿੰਦੇ ਆ ਵੀ ਮੈਨੂੰ ਬਹੁਤ ਬੇਇੱਜ਼ਤ ਕਰਤਾ, ਜਲੀਲ ਕਰਤਾ। ਕੈਪਟਨ ਸਾਹਿਬ ਇਹ ਕਹਿਣਾ ਕਿਉਂ ਭੁੱਲ ਗਏ ਕਿ 9.5 ਸਾਲ ਜੇ ਮੁੱਖ ਮੰਤਰੀ ਬਣਾਇਆ ਹੈ, ਉਹ ਵੀ ਤਾਂ ਉਹਨਾਂ ਨੇ ਬਣਾਇਆ ਸੀ ਨਾ। ਠੀਕ ਹੈ, ਤੁਹਾਡਾ ਯੋਗਦਾਨ ਹੋਵੇਗਾ, ਤੁਸੀਂ ਇਸ ਸਮੇਂ ਦੇ ਦੌਰਾਨ ਕਾਂਗਰਸ 'ਤੇ ਰਹਿੰਦੇ ਆਪਦਾ ਯੋਗਦਾਨ ਪਾਇਆ ਹੋ, ਪਰ ਤੁਹਾਨੂੰ ਸਿਰੇ ਦੀ ਪੋਸਟ ਉਹਨਾਂ ਨੇ ਲਿਆ ਕੇ ਦਿੱਤੀ, ਇਹ ਵੀ ਤਾਂ ਸੋਚਣਾ ਚਾਹੀਦਾ ਹੈ। ਸੋ ਉਹਦੇ ਇਹ ਵੀ ਸੋਚੋ ਵੀ ਤੁਹਾਡੀ ਇਹ ਸਥਿਤੀ ਬਣੀ ਕਿਉਂ। ਤੁਹਾਨੂੰ ਤਾਂ ਲੋਕਾਂ ਨੇ ਬਣਾਇਆ, ਤੁਹਾਡੇ ਸਲਾਹਕਾਰਾਂ ਨੂੰ ਜਾ ਕੇ ਅਸਲ ਛਿੱਤਰ ਉਹਨਾਂ 'ਤੇ ਫੇਰੋ ਜਿਨ੍ਹਾਂ ਨੇ ਤੁਹਾਨੂੰ 2016 ਦੇ ਵਿੱਚ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੱਕਣ ਲਈ ਮਜਬੂਰ ਕੀਤਾ। ਤੁਸੀਂ ਨਾ ਵੀ ਚੱਕਦੇ ਤਾਂ ਵੀ ਸਰਕਾਰ ਜਿਹੜੀ ਆ ਉਹ ਅਕਾਲੀ ਦਲ ਦੀ ਨਹੀਂ ਬਣਨੀ ਸੀ। ਬੇਅਦਬੀ ਦੇ ਮਾਮਲਿਆਂ ਤੋਂ ਬਾਅਦ ਅਕਾਲੀ ਦਲ ਹਾਸ਼ੀਏ 'ਤੇ ਧੱਕਿਆ ਗਿਆ ਜੀ। ਇਸ ਕਰਕੇ ਤੁਹਾਡੀ ਸਰਕਾਰ ਜਿਹੜੀ ਆ ਉਹ ਕਿਸੇ ਹੋਰ ਦੀ ਬਣਨੀ ਸੀ। ਉਹਦੇ ਵਿੱਚ ਜੋ ਤਕੜਮਬਾਜ਼ੀ ਹੋਈ, ਪੰਜਾਬ ਦੇ ਲੋਕਾਂ ਨੂੰ ਕੱਲੀ ਕੱਲੀ ਗੱਲ ਪਤਾ ਹੈ ਕਿ ਕਿਵੇਂ ਰਲ ਕੇ ਇੱਕ ਪਾਰੀ ਖੇਡੀ ਗਈ। ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ 'ਚ ਕਾਮਯਾਬ ਹੋ ਗਈ। ਸੋ ਤੁਸੀਂ ਮੁੱਖ ਮੰਤਰੀ ਹੁੰਦਿਆਂ ਉਸ ਅਹੁਦੇ ਦਾ ਸਤਿਕਾਰ, ਮਾਣ ਕਿੰਨਾ ਕੁ ਬਹਾਲ ਕੀਤਾ। ਜੋ ਜ਼ਿੰਮੇਵਾਰੀਆਂ ਤੁਹਾਡੀਆਂ ਰਾਜ ਪ੍ਰਤੀ ਸੀ, ਤੁਸੀਂ ਕਿੰਨੀਆਂ ਕੁ ਨਿਭਾਈਆਂ। ਤੁਸੀਂ ਤਾਂ ਇੱਕ ਨਵਾਂ ਫਾਰਮ ਹਾਊਸ ਪਾ ਲਿਆ ਸੀਸਵਾਂ, ਉਹਦੇ ਵਿੱਚੋਂ ਬਾਹਰ ਹੀ ਨਹੀਂ ਨਿਕਲੇ। ਕਰੋਨਾ ਦੇ ਵਿੱਚ ਤਾਂ ਤੁਸੀਂ ਜਮਾਂ ਹੀ ਨਿਕਲਣਾ ਬੰਦ ਕਰਤਾ। ਲੋਕ ਤੁਹਾਤੋਂ ਸਵਾਲ ਪੁੱਛਦੇ ਹੈ, ਮੰਗਦੇ ਹੈ ਕਿ ਮੁੱਖ ਮੰਤਰੀ ਇਕੱਲਾ ਐਸ਼ਪ੍ਰਸਤੀ ਦੇ ਲਈ ਨਹੀਂ ਬਣਾਇਆ ਜਾਂਦਾ, ਉਹਨੇ ਰਾਜ ਦੇ ਅਧਿਕਾਰਾਂ ਲਈ ਲੜਾਈ ਲੜਨੀ ਹੁੰਦੀ ਹੈ, ਕੇਂਦਰ ਨਾਲ ਵੀ, ਜੇ ਕਿਤੇ ਹੋਰ ਲੜਨੀ ਪਵੇ ਉੱਥੇ ਵੀ। ਅਤੇ ਜੇ ਤੁਸੀਂ ਠੰਡਾ ਪਾਣੀ ਸਿਰ 'ਚ ਪਾ ਕੇ ਉਹ ਸੋਚੋ ਤਾਂ ਬਹੁਤ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਮੈਨੂੰ ਬੜੀ ਬੇਇੱਜ਼ਤੀ ਨਾਲ ਕੱਢਿਆ ਗਿਆ, ਉਹ ਆਪਣੇ ਆਪ ਮਿਲ ਜਾਣਗੇ, ਜਿਹਦਾ ਤੁਸੀਂ ਉਹਨਾਂ ਸਵਾਲਾਂ ਦੇ ਉੱਤਰ ਲੱਭਣ ਦਾ ਤੁਸੀਂ ਖੁਦ ਹੀ ਯਤਨ ਨਹੀਂ ਕਰ ਰਹੇ। ਦੂਜੇ 'ਤੇ ਉੱਠਣਾ ਸਕਾਂ ਫਿੱਟੇ ਮੂੰਹ ਗੋਡਿਆਂ ਦੇ, ਕਸੂਰ ਆਪਣੇ ਨੇ ਅਤੇ ਦੋਸ਼ ਦੂਜਿਆਂ ਸਿਰ ਮੜ ਰਹੇ ਹਾਂ, ਇਹ ਠੀਕ ਨਹੀਂ। ਅੱਜ ਹਰੀਸ਼ ਰਾਵਤ ਹੋਰਾਂ ਨੇ ਇਸ ਮਾਮਲੇ ਦੇ ਵਿੱਚ ਕੈਪਟਨ ਸਾਹਿਬ ਨੂੰ ਸ਼ੀਸ਼ਾ ਦਿਖਾਉਣ ਦਾ ਯਤਨ ਕੀਤਾ ਕਿ ਕਪਤਾਨ ਸਾਹਿਬ ਇਹ ਉਹੀ ਕਾਂਗਰਸ ਹੈ ਜਿਨ੍ਹਾਂ ਨੇ ਤੁਹਾਨੂੰ ਮੁੱਖ ਮੰਤਰੀ ਤੱਕ ਲੈ ਗਏ। ਤੁਸੀਂ ਤਾਂ ਪਹਿਲਾਂ ਵੀ ਛੱਡ ਕੇ ਚਲੇ ਗਏ ਸੀ ਕਾਂਗਰਸ। ਤੁਹਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਟਿਕਟ ਨਹੀਂ ਸੀ ਦਿੱਤੀ, ਔਰ ਤੁਸੀਂ ਐਸਾ ਕੁਦਰਤ ਨੇ ਤੁਹਾਡੇ 'ਤੇ ਰਹਿਮਤ ਕੀਤੀ ਕਿ ਤੁਸੀਂ ਖੁਦ ਟਿਕਟਾਂ ਵੀ ਵੰਡੀਆਂ ਅਤੇ ਮੁੱਖ ਮੰਤਰੀ ਵੀ ਬਣ ਗਏ। ਉਹਨਾਂ ਨੂੰ ਫੜ ਕੇ ਜੇਲ੍ਹ 'ਚ ਵੀ ਭੇਜਤਾ, ਦੂਜੀ ਵਾਰ ਮੁੱਖ ਮੰਤਰੀ ਬਣ ਗਏ। ਜੇ ਤੁਹਾਡੀ ਇੰਨੀ ਪਾਪੂਲੈਰਿਟੀ ਸੀ ਤਾਂ ਪਿਛਲੀ ਵਾਰੀ ਛੱਡ ਦਿੰਦੇ, ਆਪਦੀ ਪਾਰਟੀ ਬਣਾ ਕੇ ਲੜ ਦਿੰਦੇ, ਪਤਾ ਲੱਗ ਜਾਂਦਾ। 1999 ਵਿੱਚ ਵੀ ਤਾਂ ਤੁਸੀਂ ਆਪਣੀ ਪਾਰਟੀ ਬਣਾ ਕੇ ਲੜੀ ਸੀ, ਸ਼੍ਰੋਮਣੀ ਅਕਾਲੀ ਦਲ ਪੰਥਕ। ਉਸ ਵੇਲੇ ਤੁਹਾਨੂੰ ਕਿੰਨੀਆਂ ਕੁ ਸੀਟਾਂ ਮਿਲ ਗਈਆਂ ਸੀ।
ਆ ਜਿਹੜੀ ਸਮਾਣੇ ਤੋਂ ਜਿਤਾਈ ਗਈ ਸੀ ਉਹ ਕਿਵੇਂ ਜਿਤਾਈ ਗਈ ਹੈ ਲੋਕਾਂ ਨੂੰ ਪਤਾ ਨਹੀਂ। 2 ਥਾਵਾਂ ਤੋਂ ਤੁਸੀਂ ਚੋਣ ਲੜੀ ਸੀ, ਕਿਵੇਂ ਇੱਕ ਕਾਗਜ਼ ਰੱਦ ਹੋਏ, ਕੀ ਕੁਝ ਹੋਇਆ, ਇਹ ਸਾਰਿਆਂ ਨੂੰ ਪਤਾ ਹੈ। ਸੋ ਜਦੋਂ ਬੰਦਾ ਦੂਜੇ ਦੀਆਂ ਗੱਲਾਂ ਕਰਦਾ, ਉਹ ਜਿਹੜੀਆਂ 3 ਉਂਗਲਾਂ ਆਪਦੇ ਵਾਲੇ ਪਾਸੇ ਨੂੰ ਹੁੰਦੀਆਂ ਨੇ, ਉਹਦੇ ਤੇ ਸੋਚਣਾ ਜ਼ਰੂਰ ਚਾਹੀਦਾ ਜੀ। ਉਧਰ ਜੇਕਰ ਨਵੇਂ ਬਣੇ ਕੈਬਨਿਟ ਮੰਤਰੀ ਦੀ ਗੱਲ ਕੀਤੀ ਜਾਵੇ, ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ, ਟਰਾਂਸਪੋਰਟ ਮੰਤਰੀ ਨੇ, ਤਾਂ ਉਹਨਾਂ ਨੇ ਬਠਿੰਡਾ ਦੇ ਬੱਸ ਸਟੈਂਡ ਵਿੱਚੋਂ ਜਿਹੜੇ ਸਿਆਸੀ ਘਰਾਣਿਆਂ ਦੇ ਉੱਤੇ ਡੱਬੇ ਬਣਾਏ ਹੋਏ ਸੀਗੇ, ਜਿਹੜੇ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਅੱਡੇ ਬਣਾਏ ਹੋਏ ਸੀਗੇ ਪ੍ਰਾਈਵੇਟ ਬੱਸਾਂ ਦੇ, ਉਹਨਾਂ ਨੂੰ ਜਿਹੜਾ ਤੋੜ ਦਿੱਤਾ ਜੀ। ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹ ਜੀਰਕਪੁਰ ਤੋਂ ਬੈਠੇ ਜੀ ਰਾਜਪੁਰਾ ਪਟਿਆਲਾ ਤੱਕ ਬੱਸ ਦੇ ਵਿੱਚ PRTC ਵਿੱਚ ਸਫ਼ਰ ਕੀਤਾ, ਲੋਕਾਂ ਨਾਲ ਉਹਨਾਂ ਦੇ ਸਫ਼ਰ ਦੇ ਤਜਰਬੇ ਸਾਂਝੇ ਕੀਤੇ। ਉਹਨਾਂ ਨੇ ਪਰਸੋਂ ਹੀ ਕਹਿ ਦਿੱਤਾ ਸੀ ਕਿ ਜਿਹੜਾ ਟਰਾਂਸਪੋਰਟ ਮਾਫੀਆ ਹੈ ਇਹਨੂੰ ਮੈਂ ਹੱਥ ਪਾਵਾਂਗਾ। ਬੱਸ ਸਟੈਂਡਾਂ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹ ਖਲਾਏ ਜਾਣਗੇ, ਉਹਨਾਂ ਦੀ ਸਫਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਨੇ ਫਿਰ ਬਠਿੰਡੇ 'ਚੋਂ ਕਾਰਵਾਈ ਕਰਤੀ ਤੇ ਇੱਕ ਵੱਡੇ ਘਰਾਣੇ ਦੀਆਂ ਬੱਸਾਂ ਦਾ ਇੱਕ ਬੂਥ ਬਣਿਆ ਹੋਇਆ ਸੀ ਨਜਾਇਜ਼, ਉਹ ਚੱਕਤਾ। ਹੋਰ ਜਿਹੜੇ ਨਜਾਇਜ਼ ਬੂਥ ਅੱਡਿਆਂ ਦੇ ਵਿੱਚ ਲੱਗੇ ਹੋਏ ਸੀ ਉਹਨਾਂ ਨੂੰ ਨਾਲ ਸਟੇਟ ਟਰਾਂਸਪੋਰਟ ਕਮਿਸ਼ਨਰ, ਸਵਾਈ ਟਰਾਂਸਪੋਰਟ ਕਮਿਸ਼ਨਰ ਨੂੰ ਹੁਕਮ ਕਰਤਾ ਕਿ ਟਾਈਮ ਟੇਬਲ ਲਿਆਓ ਮੇਰੇ ਸਾਹਮਣੇ। ਜਿਹੜੀਆਂ ਇੱਕ ਪਰਮਿਟ ਤੇ 4-4 ਬੱਸਾਂ ਚੱਲਦੀਆਂ ਨੇ ਉਹਨਾਂ ਦਾ ਲਿਆਓ, ਇਹ ਪਰਮਿਟ ਸਿੱਧੇ ਕੀਤੇ ਜਾਣਗੇ, ਇਹਨਾਂ ਦੇ ਵਿੱਚ ਸੋਧ ਕੀਤੀ ਜਾਊਗੀ। ਜਿਹੜਾ ਇਹ ਟਰਾਂਸਪੋਰਟ ਮਾਫੀਏ ਨੇ ਗਲਬਾ ਪਾਇਆ ਹੋਇਆ ਸੀ ਸਿਆਸੀ ਧਿਰਾਂ ਨੂੰ ਨਾਲ ਲੈ ਕੇ, ਜੇ ਇਹ ਬੂਥ ਇੰਨੇ ਚਿਰ ਤੋਂ ਨਜਾਇਜ਼ ਚੱਲਦਾ ਸੀ ਤਾਂ ਪਿਛਲੇ ਟਰਾਂਸਪੋਰਟ ਮਿਨਿਸਟਰ ਤੇ ਮੁੱਖ ਮੰਤਰੀ ਨੇ ਐਕਸ਼ਨ ਕਿਉਂ ਨਾ ਕੀਤਾ? ਜਿਹੜਾ ਵਿੱਤ ਮੰਤਰੀ ਉਸ ਘਰ ਦਾ ਹੈ ਉਹਨੂੰ ਵਿੱਤ ਮੰਤਰੀ ਦਾ ਦਰਜਾ ਦਿੱਤਾ ਗਿਆ ਇੱਥੇ ਲਿਆ ਕੇ। ਬੜੀ ਚਰਚਾ ਚੱਲੀ ਸੀ ਉਸ ਵੇਲੇ ਜਦੋਂ ਇਹਨੇ PP ਬਣਾਈ ਸੀ। ਉਹ ਕਹਿੰਦੇ ਵੀ ਇਹ ਸਾਰਾ ਕੁਝ ਤਾਇਆ ਜੀ ਦੀ ਉਹ ਕਿਰਪਾ ਹੈ, ਉਹਨਾਂ ਨੇ ਬਣਾ ਕੇ ਇੱਧਰ ਨੂੰ ਤੋਰਿਆ, ਅਲਟੀਮੇਟਲੀ ਇਹ ਬੰਦਾ ਕਾਂਗਰਸ 'ਚ ਜਾਏਗਾ ਤਾਂ ਕਿ ਬਾਰੋ ਬਾਰੀ ਚਾਚੇ ਦਾ ਮੁੰਡਾ ਤੇ ਤਾਏ ਦਾ ਮੁੰਡਾ ਇੱਥੇ ਪੰਜਾਬ ਤੇ ਰਾਜ ਕਰ ਸਕਣ। ਉਸ ਪਾਸੇ ਵੱਲ ਨੂੰ ਕਦਮ ਜਾ ਰਹੇ ਨੇ। ਉਹਨੇ ਕਿਉਂ ਨਾ ਕੀਤਾ? ਉਹਨੂੰ ਦਿਸਦਾ ਨਹੀਂ ਸੀ ਵੀ ਇੱਥੇ ਨਜਾਇਜ਼ ਕਬਜ਼ੇ ਹੋਏ ਵੇ ਨੇ, ਤੇ ਜੇ ਹੁਣ ਰਾਜਾ ਵੜਿੰਗ ਨੇ ਉੱਥੇ ਜਾ ਕੇ ਕਰਤਾ। ਸੋ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਹੋਰੀ ਇਲਜ਼ਾਮ ਲਾਉਂਦੇ ਸੀ ਕਿ ਮਿਲ ਕੇ ਪਾਰੀਆਂ ਖੇਡ ਰਹੇ ਨੇ, ਉਹ ਤਾਂ ਫਿਰ ਆਪਣੇ ਆਪ ਕਲੀਅਰ ਹੋ ਗਈਆਂ, ਆਪਣੇ ਆਪ ਸਾਫ਼ ਹੋ ਗਈਆਂ, ਸਭ ਦੇ ਸਾਹਮਣੇ ਆ ਗਿਆ ਕਿ ਉੱਥੇ ਕਬਜ਼ੇ ਨੇ। ਤੇ ਜਿਹੜੀਆਂ ਪਰਮਿਟਾਂ ਦੀਆਂ ਗੱਲਾਂ ਚੱਲ ਰਹੀਆਂ ਨੇ, PRTC ਦੇ ਪੀਪੇ ਨੂੰ 3 ਮਿੰਟ ਤੇ ਵੱਡੇ ਘਰਾਣਿਆਂ ਨੂੰ 8 ਤੋਂ 10 ਮਿੰਟ। PRTC ਦੇ ਇੱਕ ਅੱਗੇ ਉਹਨਾਂ ਦੀ ਬੱਸ, ਇੱਕ ਪਿੱਛੇ ਉਹਨਾਂ ਦੀ ਬੱਸ, ਕਿਉਂਕਿ 10 ਸਾਲ ਦੇ ਵਿੱਚ ਤਾਂ ਜਿਹੜੀਆਂ ਗੱਲਾਂ ਦੀ ਕਸਮ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਸਹੁੰ ਚੱਕ ਕੇ ਖਾਧੀ ਸੀ, ਉਹਦੇ ਤੇ ਕੰਮ ਕਿਉਂ ਨਾ ਕੀਤਾ? ਸੋ ਇਸ ਵੇਲੇ ਜਿਹੜਾ ਇਹਨਾਂ ਨੇ ਕਲੇਸ਼ ਪਾਇਆ, ਉਹਦੇ ਵਿੱਚ ਜੇ ਕਸੂਰ ਸਿੱਧੂ ਸਾਹਿਬ ਦਾ ਹੈ, ਮੁੱਖ ਮੰਤਰੀ ਦਾ, ਕਿਸੇ ਮੰਤਰੀ ਦਾ, ਜੇ ਲੋਕਾਂ ਵਿੱਚ ਕਰ ਦਿਖਾਉਣ ਦੀ ਕੋਈ ਹਿੰਮਤ ਰੱਖਦੇ ਹੋ ਤਾਂ ਮਿਲ ਬੈਠ ਕੇ ਕੰਮ ਕਰ ਲਓ, ਨਹੀਂ ਧਿਰਾਂ ਹੋਰ ਵੀ ਬਥੇਰੀਆਂ ਖੜੀਆਂ ਹੋ ਰਹੀਆਂ ਨੇ ਤੇ ਫਿਰ ਲੋਕਾਂ ਨੇ ਜਿੱਧਰ ਨੂੰ ਰਸਤਾ ਦਿਖਾ ਦੇਣਾ। ਇਹ ਕਹਿੰਦੇ ਆ ਕਿ ਸਮਾਂ ਬਾਰ-ਬਾਰ ਨਹੀਂ ਆਉਂਦਾ ਹੁੰਦਾ, ਮੌਕੇ ਕਦੇ-ਕਦੇ ਮਿਲਦੇ ਆ। ਜੇ ਉਸ ਮਿਲੇ ਮੌਕੇ ਦੇ ਵਿੱਚ ਤੁਸੀਂ ਲੋਕ ਭਾਵਨਾਵਾਂ ਤੇ ਕੁਝ ਕਰਤਾ ਤੇ ਲੋਕ ਤੁਹਾਡੇ ਤੇ ਦੁਬਾਰਾ ਵੀ ਵਿਸ਼ਵਾਸ ਕਰ ਲੈਣਗੇ। ਜੇ ਤੁਸੀਂ ਐਸੇ ਤਰ੍ਹਾਂ ਇੱਕ ਦੂਜੇ ਦਾ ਗਾਟਾ ਵੱਢਦੇ ਰਹੇ ਤੇ ਫਿਰ ਲੋਕ ਤੁਹਾਨੂੰ ਥੱਲੇ ਤਾਰ ਕੇ ਕਿਸੇ ਹੋਰ ਨੂੰ ਵੀ ਸਥਾਪਿਤ ਕਰਨ ਦੀ ਸਮਰੱਥਾ ਰੱਖਦੇ ਨੇ। ਇਹੋ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਜੀ। ਹਰਿਆਣਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਹਰਿਆਣਾ ਵੱਲੋਂ ਜਿਹੜਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸੀਗਾ, ਜਿਹੜਾ ਉਹਦਾ ਵਿਰੋਧ ਕੀਤਾ ਗਿਆ 3 ਖੇਤੀ ਕਾਨੂੰਨਾਂ ਨੂੰ ਲੈ ਕੇ, ਜਿੱਥੇ ਕਿ ਪੁਲਿਸ ਅਤੇ ਕਿਸਾਨ ਜਿਹੜੇ ਆਮੋ ਸਾਹਮਣੇ ਵੀ ਹੋਏ ਨੇ ਜੀ। ਇਹ ਝੱਜਰ ਦੇ ਵਿੱਚ ਹੈ ਜੀ। ਉੱਥੇ ਇਹਨੇ ਆਉਣਾ ਸੀ, ਭਾਰਤੀ ਜਨਤਾ ਪਾਰਟੀ ਦਾ ਕੋਈ ਸਮਾਗਮ ਸੀ, ਕਿਸਾਨਾਂ ਨੂੰ ਪਤਾ ਲੱਗ ਗਿਆ ਇਹ ਵੀ ਕਰਨਾਲ 'ਚ ਪੈਂਦਾ ਜੀ। ਉੱਥੇ ਜਾ ਕੇ ਕਿਸਾਨਾਂ ਨੇ ਵਿਰੋਧ ਕੀਤਾ। ਕਿਸਾਨਾਂ ਪੁਲਿਸ ਨੂੰ ਵੱਡੀ ਗਿਣਤੀ ਦੇ ਵਿੱਚ ਲਿਆਂਦਾ ਗਿਆ ਤੇ ਜਿਹੜੀਆਂ ਰਾਖਵੇਂ ਦਲ ਨੇ ਅਰਧ ਸੈਨਿਕ ਬਲ ਉਹਨਾਂ ਨੂੰ ਵੀ ਲਿਆਂਦਾ ਗਿਆ। ਕਿਸਾਨਾਂ ਨੂੰ ਖਦੇੜਨ ਵਾਸਤੇ ਉਹਨਾਂ ਤੇ ਹਲਕਾ ਲਾਠੀਚਾਰਜ ਜਾਂ ਪਾਣੀ ਦੀਆਂ ਵਿਛਾੜਾਂ, ਜਲ ਤੋਪਾਂ ਵੀ ਉੱਥੇ ਸੁੱਟੀਆਂ ਗਈਆਂ। ਇਹ ਸਾਰਾ ਕੁਝ ਬਾਰ-ਬਾਰ ਉੱਥੇ ਵਾਪਰ ਰਿਹਾ ਹੈ। ਤਾਂ ਉੱਥੋਂ ਦਾ ਮੁੱਖ ਮੰਤਰੀ ਤੇ ਮੁੰਡਾ ਜਿਹੜਾ ਦੁਸ਼ਯੰਤ ਚੌਟਾਲਾ, ਜਿਹਦਾ ਪੜਦਾਦਾ ਦੇਵੀ ਲਾਲ ਸੀ, ਅੱਜ ਜਿਹਦਾ ਪਿਛਲੇ ਹਫ਼ਤੇ ਜਨਮ ਮਨਾ ਕੇ ਹਟੇ ਨੇ, ਜਿੱਥੇ ਬਾਦਲ ਸਾਹਿਬ ਵੀ ਗਏ ਸੀਗੇ,
ਤਾਂ ਓਮ ਪ੍ਰਕਾਸ਼ ਚੌਟਾਲਾ ਨੂੰ ਆਪਣੇ ਪੋਤੇ ਨੂੰ ਪਹਿਲਾਂ ਸਮਝਾ ਲੈਣਾ ਚਾਹੀਦਾ ਹੈ। ਉੱਥੇ ਖੇਤਰੀ ਦਲਾਂ ਦੀ ਗੱਲ ਤਾਂ ਬਾਦਲ ਸਾਹਿਬ ਵੀ ਕਰ ਰਹੇ, ਜਿਨ੍ਹਾਂ ਨੇ ਆਪ ਖੇਤਰੀ ਦਲਾਂ ਨੂੰ ਛੱਡ ਕੇ ਇਹ ਬੀਜੇਪੀ ਦੇ ਨਾਲ ਸਮਝੌਤਾ ਕੀਤਾ ਸੀ 96 'ਚ ਜਾ ਕੇ, ਦੂਜਿਆਂ ਨਾਲ ਸਲਾਹ ਹੀ ਨਹੀਂ ਕੀਤੀ। ਇੱਕ ਕੁਰਸੀ ਦੀ ਪ੍ਰਾਪਤੀ ਲਈ ਗੁਜਰਾਤ ਤੱਕ ਪਿਓ ਪੁੱਤ ਮੋਦੀ ਦੀ ਬੱਸ ਦੇ ਪਿੱਛੇ ਬੈਠੇ ਰਹੇ। ਸੋ ਇਸ ਕਰਕੇ ਓਮ ਪ੍ਰਕਾਸ਼ ਚੌਟਾਲਾ ਜਿਹੜਾ ਖੇਤਰੀ ਪਾਰਟੀਆਂ ਨੂੰ ਉਭਾਰਨ ਦੀ ਗੱਲ ਕਰਦਾ ਹੈ, ਪਹਿਲਾਂ ਉਹ ਆਪਦੇ ਪੋਤੇ ਨੂੰ ਸਮਝਾਵੇ ਕਿ ਪੋਤਾ ਜੀ, ਇਹ ਭਾਰਤੀ ਜਨਤਾ ਪਾਰਟੀ ਵਾਲੇ ਕਿਸਾਨ ਵਿਰੋਧੀ ਨੇ। ਆਪਣਾ ਪਰਿਵਾਰ ਹੁਣ ਤੱਕ ਕਿਸਾਨ ਹਤੈਸ਼ੀ ਦਾ ਢੰਡੋਰਾ ਪਿੱਟਦਾ ਰਿਹਾ। ਤੇਰਾ ਪੜਦਾਦਾ ਤੇ ਮੈਂ ਤੇਰਾ ਦਾਦਾ ਵੀ ਇਸ ਗੱਲ ਤੇ ਪਹਿਰਾ ਦਿੰਦਾ ਸੀ ਕਿ ਅਸੀਂ ਕਿਸਾਨ ਹਤੈਸ਼ੀ ਹਾਂ। ਜਿਹੜੇ ਇਹ ਕਾਨੂੰਨ ਬਣੇ ਨੇ ਉਹ ਕਿਸਾਨਾਂ ਦੇ ਵਿਰੋਧ 'ਚ ਬਣੇ ਨੇ। ਕਿਸਾਨ ਉਹਨੂੰ ਨਹੀਂ ਮੰਨਦੇ। ਜੇ ਅੱਜ ਦੁਸ਼ਯੰਤ ਚੌਟਾਲਾ ਪਰੇ ਹੋ ਜਾਵੇ ਤਾਂ ਇਹ ਮਨੋਹਰ ਲਾਲ ਖੱਟੜ ਦੀ ਖੱਟੀ ਨਾਲ ਦੀ ਨਾਲ ਖਤਮ ਹੋ ਸਕਦੀ ਹੈ ਜੀ। ਉਧਰ ਜੇਕਰ ਕੈਪਟਨ ਦੇ ਕਾਂਗਰਸ ਛੱਡਣ ਦੇ ਫੈਸਲੇ ਨੂੰ ਲੈ ਕੇ ਰਾਜ ਸਭਾ ਪ੍ਰਤਾਪ ਬਾਜਵਾ ਨੇ ਕਿਹਾ ਹੈ ਕਿ ਉਹ ਉਹਨਾਂ ਦਾ ਨਿੱਜੀ ਫੈਸਲਾ ਜੀ। ਫੈਸਲਾ ਤਾਂ ਨਿੱਜੀ ਹੋਵੇਗਾ। ਬਾਜਵਾ ਸਾਹਿਬ ਨੇ ਤਾਜੀ ਜਾਰੀ ਪਾਈ ਸੀ ਉਹਨਾਂ ਨਾਲ ਜੀ, ਤੇ ਹੁਣ ਬਾਜਵਾ ਸਾਹਿਬ ਤਾਂ ਪੁਰਾਣਾ ਕਾਂਗਰਸ ਪਰਿਵਾਰ ਨਾਲ ਸੰਬੰਧਿਤ ਨੇ। ਉਹ ਕਿਵੇਂ ਕੈਪਟਨ ਸਾਹਿਬ ਦੇ ਇਸ ਗੱਲ ਨੂੰ ਉਹ ਕਹਿ ਸਕਦੇ ਨੇ? ਕਿਸੇ ਪਾਰਟੀ ਦੇ ਨਾਲ ਰਾਇ ਤਾਂ ਕੀਤੀ ਨਹੀਂ। ਜਿੱਦਣ ਅਸਤੀਫਾ ਦਿੱਤਾ ਸੀ ਉਦੋਂ ਉਹਨਾਂ ਨੇ ਕਹਿਤਾ ਸੀ ਕਿ ਮੇਰੇ ਕੋਲ ਰਸਤੇ ਬੜੇ ਖੁੱਲੇ ਨੇ। ਸੋ ਰਸਤੇ ਖੁੱਲੇ, ਉਹ ਕਿਸੇ ਬੰਦੇ ਦਾ ਕਿਹੜੀ ਪਾਰਟੀ 'ਚ ਜਾਣਾ ਨਹੀਂ ਜਾਣਾ, ਇਹ ਖੁੱਲੇ ਰਸਤੇ ਨੇ ਜੀ। ਉਹਨਾਂ ਦੇ ਇੱਕ ਹੋਰ ਉਹ ਵਰਿੰਦਰ ਬਾਜਵਾ ਸੀਗਾ, ਉਹ ਕਦੇ ਕਿਤੇ ਚੱਲ ਜਾਂਦੇ ਆ, ਦੁਬਾਰਾ ਫਿਰ ਉਹ ਅਕਾਲੀ ਦਲ ਦੇ ਰਸਤੇ ਚੜ੍ਹ ਗਏ ਨੇ। ਸੋ ਇਹ ਕਿਸੇ ਦਾ ਇੰਡੀਵਿਜੂਅਲ ਮਾਮਲਾ, ਵਿਅਕਤੀਗਤ ਮਾਮਲਾ ਹੈ। ਕਿਸੇ ਬੰਦੇ ਨੇ ਕਿਹੜੀ ਪਾਰਟੀ 'ਚ ਰਹਿਣਾ ਨਹੀਂ ਰਹਿਣਾ, ਉਹਦਾ ਫੈਸਲਾ ਕਰਨ ਦਾ ਹੱਕ ਹੈ ਜੀ। ਧੰਨਵਾਦ ਜੀ। ਇਹ ਸਨ D5 ਦੇ ਸਾਡੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦੇ ਦੀ ਚਰਚਾ ਕੀਤੀ। ਹੁਣ ਦੇਖਣਾ ਇਹ ਹੋਊਗਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ, ਜਿਸ ਨੂੰ ਲੈ ਕੇ ਚਰਨੀ ਚੰਨੀ ਦਿੱਲੀ ਪਹੁੰਚੇ ਨੇ। ਹਾਈ ਕਮਾਂਡ ਉਸ ਨੂੰ ਲੈ ਕੇ ਕੀ ਹੁਕਮ ਸੁਣਾਉਂਦੀ ਹੈ, ਤੇ ਪੰਜਾਬ ਕਾਂਗਰਸ ਦੇ ਅੰਦਰ ਜਿਹੜੀ ਹੁਣ ਹਲਚਲ ਆ ਹੋ ਰਹੀ ਹੈ, ਉਹ ਖਤਮ ਹੋ ਗਈ ਜਾਂ ਫਿਰ ਇਹ ਜਿਹੜਾ ਆਪਸੀ ਕਾਟੋ ਕਲੇਸ਼ ਆ ਹੋਰ ਵਧੇਗਾ, ਤਾਂ ਆਉਣ ਵਾਲਾ ਸਮਾਂ ਦੱਸੇਗਾ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।